ਉਹ ਇਸ ਤਰ੍ਹਾਂ ਨਾ ਜੀ ਕਿ ਜਿਹੜੇ ਮੁਲਕ 'ਚੋਂ ਬਾਹਰ ਜਾਂਦੇ ਨੇ ਲੋਕ, ਖਾਸ ਤੌਰ 'ਤੇ ਰੁਜ਼ਗਾਰ ਦੀ ਸੂਰਤ ਵਿੱਚ, ਜ਼ਾਹਿਰ ਹੈ ਉਹ ਆਪਣੇ ਮਾਮਲਾਤ ਨੂੰ ਦੇਖਭਾਲ ਕਰਕੇ ਬੜਾ ਡਿਸੀਜਨ ਹੁੰਦਾ ਆਪਣਾ ਮੁਲਕ ਛੱਡਣਾ, ਆਪਣਾ ਘਰ ਛੱਡਣਾ, ਆਪਣਾ ਸ਼ਹਿਰ ਛੱਡਣਾ। ਅਤੇ ਉਹ ਡਿਸੀਜਨ ਤਾਂ ਹੀ ਲੈਣ ਹੁੰਦਾ ਬੰਦਾ ਤੰਗ ਫੰਗ ਹੁੰਦਾ। ਕੁਝ ਲੋਕ ਹੁੰਦੇ ਜਿਹੜੇ ਉਹਨੂੰ ਚਲੋ ਐਡੀ ਨਹੀਂ ਹੁੰਦੀ ਮਜਬੂਰੀ, ਲੇਕਿਨ ਫਿਰ ਉਹਨਾਂ ਦੀ ਖਵਾਹਿਸ਼ ਹੁੰਦੀ ਚੱਲ ਯਾਰ ਆਪਣੀ ਜ਼ਿੰਦਗੀ ਬਿਹਤਰ ਕਰ ਸਾਂ, ਬਾਕੀ ਫੈਮਿਲੀ ਦੀ ਸਪੋਰਟ ਕਰ ਸਾਂ। ਇੱਕ ਆਪਸ਼ਨ ਹੁੰਦਾ। ਇੱਥੇ ਆਉਂਦੇ ਨਾ, ਇੱਥੇ ਸਾਨੂੰ ਇੱਕ ਕਿਸਮ ਦੀ ਡਰਿਪ ਲੱਗ ਜਾਂਦੀ ਹੈ। ਜਿਸ ਤਰ੍ਹਾਂ ਇੱਕ ਮਰੀਜ਼ ਨਹੀਂ ਹੁੰਦਾ ਘਰ ਪਿਆ ਅਤੇ ਉਸਨੂੰ ਪਤਾ ਫਿਰ ਉਹ ਹਸਪਤਾਲ ਡਰਿਪ ਲਵਾਉਣ ਵਾਸਤੇ ਖੜ੍ਹਦੇ ਨੇ, ਬਈ ਹੁਣ ਇਹਦਾ ਸਰਵਾਈਵਲ ਮੁਸ਼ਕਿਲ ਹੈ, ਤੰਗ ਫੰਗ ਹੋ ਗਿਆ, ਇਸਨੂੰ ਡਰਿਪ ਲਵਾ ਲਓ। ਲੇਕਿਨ ਫਿਰ ਉਹਨੂੰ ਘਰੋਂ ਕੱਢ ਦਿੱਤਾ ਜਾਂਦਾ, ਉਹਨੂੰ ਹਸਪਤਾਲ ਭੇਜ ਦਿੱਤਾ ਜਾਂਦਾ। ਉੱਥੇ ਫਿਰ ਉਸਨੂੰ ਡਰਿਪ ਟੀਕਾ ਇਹ ਸਾਰਾ ਕੁਛ, ਅਤੇ ਇਹ ਜਿਹੜਾ ਡਰਿਪ ਟੀਕਾ ਇਹ ਤਾਂ ਫਿਰ ਇੱਕ ਆਖਰੀ ਅਰਬੇ ਦੇ ਤੌਰ 'ਤੇ ਹੀ ਹੁੰਦਾ। ਸਾਡੇ ਇਸ ਟਾਈਮ ਮੁਲਕ ਦੀ ਕੁੱਲ ਮਈਸ਼ਤ ਜਿਹੜੀ ਹੈ ਨਾ ਉਹ ਡਰਿਪ ਟੀਕੇ ਉੱਪਰ ਚੱਲਦੀ ਪਈ। ਉਹ ਓਵਰਸੀਜ਼ ਪਾਕਿਸਤਾਨੀਜ਼ ਦੇ ਜਿਹੜੇ ਆਉਂਦੇ ਨੇ ਰੈਮਿਟੈਂਸ, ਉਹਨਾਂ ਪਰ ਚੱਲਦੀ ਪਈ। ਇਹ ਇੱਕ ਮੁਲਕ ਸਾਡੇ ਨੂੰ ਡਰਿਪ ਲੱਗੀ ਹੈ, ਅਸੀਂ ਉਹ ਡਰਿਪ ਵਾਲੀ ਲਈ ਬੋਤਲਾਂ ਰਪਟੰਗੇ ਹਾਂ ਉੱਥੇ, ਅਤੇ ਜਾਂ ਸਾਨੂੰ ਮਰੀਜ਼ ਮੰਨ ਲਓ ਵੀ ਜਿਹੜਾ ਆਪਣਾ ਘਰ-ਬਾਰ ਛੱਡ ਕੇ ਸਾਰਾ ਹਸਪਤਾਲ ਪਹੁੰਚ ਗਿਆ, ਉੱਥੇ ਅਗਲਮਾ ਪੈ ਰਿਹਾ। ਬੈੱਡ ਉਸ ਕੋਲ ਸਾਫ ਸੁਥਰਾ, ਉੱਥੇ ਨਰਸਾਂ ਉਹਦੇ ਅੱਗੇ ਬਜਾ ਸੋਹਣੀਆਂ ਸੋਹਣੀਆਂ ਫਿਰਦੀਆਂ ਪਈਆਂ, ਲੇਕਿਨ ਉਸ ਕੋਲ ਮਾਂ, ਭੈਣ, ਬੀਵੀ, ਬੱਚੇ ਕੋਈ ਸ਼ੈ ਨਹੀਂ, ਰਿਸ਼ਤੇਦਾਰ, ਚਾਚੇ, ਤਾਏ, ਦੋਸਤ, ਪੁਰਾਣੇ ਰਿਸ਼ਤੇ ਉਹਦੇ ਕੋਈ ਸ਼ੈ ਨਹੀਂ ਉਸ ਕੋਲ, ਹਮਦਰਦ ਲੋਕ ਕੋਈ ਸ਼ੈ ਨਹੀਂ। ਉਹ ਹਸਪਤਾਲ ਦੀਆਂ ਨਰਸਾਂ ਦੀ ਹਿਸਾਬ ਹੈ, ਉਹਨਾਂ ਦੀ ਚਿੱਟਾਪਨ ਦੇਖ ਲਓ ਤੁਸੀਂ, ਚਿੱਟੇ ਕੱਪੜੇ ਦੇਖ ਲਓ, ਅਤੇ ਉਹਨਾਂ ਦੀ ਤੁਸੀਂ ਬੇਇੱਜ਼ਤੀ ਦੇਖ ਲਓ। ਫਿਰ ਵੀ ਉਹਨਾਂ ਤੁਹਾਡੇ ਨਾਲ ਉਤਨਾ ਹੀ ਕਰਨਾ ਟਰੀਟਮੈਂਟ ਜਿਤਨਾ ਉਹਨਾਂ ਦੀ ਡਿਊਟੀ ਹੈ ਬਸ। ਅਤੇ ਸਾਡੇ ਜਦੋਂ ਅਸੀਂ ਇੱਥੇ ਆਏ ਸੀ ਨਾ ਜੀ, ਉਦੋਂ ਵੀ ਇਸੇ ਤਰ੍ਹਾਂ ਆਏ ਸੀ। ਇਹ ਮੁਲਕ ਦੇ ਹਾਲਾਤ ਮਾੜੇ ਨੇ, ਚੱਲ ਯਾਰ ਕੋਈ ਮਹੀਨੇ ਦਾ ਪਾਕਿਸਤਾਨ ਉਸ ਟਾਈਮ 2-4 ਹਜ਼ਾਰ ਤਨਖਾਹ ਹੁੰਦੀ ਸੀ, ਇੱਥੇ ਲੱਖਾਂ ਹੁੰਦੀ ਸੀ। ਅਤੇ ਯਾਰ ਕਿਤੇ ਚਲੋ ਯਾਰ ਕੁਝ ਆਪਣੇ ਹੱਥ ਸੌਖਾ ਹੋ ਜਾਏ ਸੀ, ਕੁਝ ਜਿਹੜੇ ਆਪਣੀ ਫੈਮਿਲੀ ਉਸਨੂੰ ਸਪੋਰਟ ਕਰ ਲਏ ਸਾਂ। ਲੇਕਿਨ ਨਤੀਜਾ ਉਸਦਾ ਇਹ ਨਿਕਲਿਆ ਕਿ ਅਸੀਂ ਸਾਡੇ ਕੋਲੋਂ ਅਰਸ਼ ਹੈ ਸਾਰੀ, ਅਸੀਂ ਆਪਣੇ ਘਰੋਂ ਬਾਹਰ ਹੋ ਗਏ, ਸਾਡੇ ਕੋਲੋਂ ਸਾਰਾ ਕੁਝ ਛੁੱਟ ਗਿਆ। ਜਦੋਂ ਅਸੀਂ ਆਏ ਨਾ ਇੱਥੇ ਬਹੁਤ ਸਾਰੇ ਮੁਲਕ ਸਨ, ਮਸਲਨ ਇੱਥੇ ਜਿਨ੍ਹਾਂ ਦੇ ਲੋਕ ਇੱਥੇ ਮੌਜੂਦ ਸਨ, ਮਸਲਨ ਅਲਬਾਨੀਅਨ ਸਨ ਮੌਜੂਦ, ਵਾਪਸ ਚਲੇ ਗਏ। ਬ੍ਰਾਜ਼ੀਲੀਅਨ ਸਨ ਇੱਥੇ ਖੁਸਰੇ ਖਾਸ ਤੌਰ 'ਤੇ, ਉਹ ਵੀ ਬਹੁਤ ਘੱਟ ਹੁਣ ਇੱਕਾ ਦੁੱਕਾ ਨਜ਼ਰ ਆਵੇਗਾ। ਇੰਡੀਅਨ ਇੱਥੇ ਬਹੁਤ ਜ਼ਿਆਦਾ ਸਨ, ਹੁਣ ਤਾਂ ਇੰਡੀਅਨ ਇੱਕਾ ਦੁੱਕਾ ਲੱਭ ਸੀ ਜਿਹੜਾ ਕੋਈ ਫੈਮਿਲੀ ਨਾਲ ਸੈੱਟ ਇੱਥੇ ਹੋ ਗਿਆ ਕਿਸੇ ਸੂਰਤ ਵਿੱਚ, ਅਤੇ ਉਹਨੇ ਬਹੁਤ ਲੋਕ ਇੰਡੀਅਨ ਵਾਪਸ ਚਲੇ ਗਏ ਪਿਛਲੇ ਸਾਲਾਂ 'ਚ। ਇਸੇ ਤਰ੍ਹਾਂ ਤੁਹਾਨੂੰ ਇੱਥੇ ਰਸ਼ੀਅਨ ਨੂੰ ਲੱਭਦੇ ਹੁੰਦੇ ਸਨ। ਡਾਕਟਰ ਸਾਹਿਬ ਨੂੰ ਯਾਦ ਹੈ ਜਦੋਂ ਬਰੇਸ਼ਾ ਹੁੰਦੇ ਸੀ ਨਾ, ਅਤੇ ਉੱਥੇ ਰੂਸੀ ਪਾਰਕ ਸੀ ਬਾਕਾਇਦਾ, ਔਰ ਉੱਥੇ ਰੂਸਨਾ ਅਲ ਕਰਦੀਆਂ ਫਿਰਦੀਆਂ ਹੁੰਦੀਆਂ ਸਨ, ਜਿਸ ਤਰ੍ਹਾਂ ਤ੍ਰਿੜੀਆਂ ਨਹੀਂ ਫਿਰਦੀਆਂ ਹੁੰਦੀਆਂ ਪਈਆਂ ਇਸ ਤਰ੍ਹਾਂ। ਬਈ ਤੁਹਾਡੇ ਕੋਲ ਅਗਰ ਉਹਨਾਂ ਨੂੰ ਕਾਫੀ ਪਲਾਨ ਜੇ ਪੈਸੇ ਹੈ ਤਾਂ ਤੁਹਾਡੇ ਨਾਲ ਟੁਰ ਪੈਣਾ ਉਹਨਾਂ। ਜੇ ਤੁਹਾਡੇ ਕੋਲ ਬੈੱਡ ਹੈ ਇੱਕ ਐਕਸਟਰਾ, ਰਾਤੀ ਤੁਹਾਡੇ ਨਾਲ ਉਹਨਾਂ ਟੁਰ ਪੈਣਾ। ਫਿਰ ਉਹ ਇੱਕਦਮ ਹੋਇਆ, ਉਹ ਵੀ ਵਾਪਸ ਚਲੇ ਗਏ। ਉਹਨਾਂ ਦੇ ਆਪਣੇ ਮੁਲਕ ਵਿੱਚ 1000-1200-900 ਰੁਪਈਆ ਤਨਖਾਹ, ਉਹ ਠੀਕ ਹੈ ਨਾ ਆਪਣਾ ਉਹਨਾਂ ਦਾ ਨਿਜ਼ਾਮ। ਲੇਕਿਨ ਅਸੀਂ ਪਾਕਿਸਤਾਨੀ ਕਵਾਇਦ ਕੌਮ ਨੇ ਜੀ, ਸਾਡੇ ਹਾਲਾਤ ਪਿੱਛੇ ਆਏ ਨੇ। ਵਿੱਚ ਇੱਕ ਅੱਧੀ ਵਾਰ ਆਈ ਹੈ ਕੋਈ ਥੋੜ੍ਹੀ ਖੈਰ ਦੀ ਖਬਰ, ਇੱਕ ਠਹਿਰਾਵਾ ਆਇਆ ਮਾਮਲਾਤ 'ਚ, ਲੇਕਿਨ ਉਸ ਤੋਂ ਹੁਣ ਤਾਂ ਫਿਰ ਇਹ ਹਾਲਤ ਹੈ ਕਿ ਘਰਦਿਆਂ ਨੂੰ 2 ਲੱਖ ਵੀ ਭੇਜ ਛੋੜਨ, ਉਹ ਜੇ ਪਿੱਟਦੇ ਹੁੰਦੇ ਪਏ, ਉਹ ਕਹਿੰਦੇ ਮਰ ਚੱਲੇ ਬਈ ਥਾਂ 'ਚ। ਉਹ ਹੱਲਾ ਇਸ ਤਰ੍ਹਾਂ ਹੀ ਹੈ ਪਾਕਿਸਤਾਨ ਵਿੱਚ, 20-25-40 ਹਜ਼ਾਰ ਰੁਪਈਆ ਕਹਾਣੀ ਕੋਈ ਨਹੀਂ, ਔਰ ਉਹ ਚੀਖਾ ਮਾਰਦੇ ਹੁੰਦੇ ਨੇ ਪਿਆ। ਮਹਿੰਗਾਈ ਬੇਸ਼ੁਮਾਰ ਹੈ, ਆਮਦਨ ਹੈ ਕੋਈ ਨਹੀਂ, ਅਤੇ ਸਮਝ ਵੀ ਕੋਈ ਨਹੀਂ ਆਉਂਦੀ ਉਹਨੂੰ ਵੀ ਕੀ ਕਰਨਾ। ਦੁਆ ਕਰੋ ਅੱਲਾਹ ਪਾਕ ਸਾਡੇ ਮੁਲਕ ਨੂੰ ਵੀ ਡਰਿਪ ਨਹੀਂ ਲਾਇਆ। ਸਾਡੇ ਵਜ਼ੀਰ ਸਾਹਿਬ ਜਿਹੜੇ ਨੂੰ ਬਿਆਨ ਦੇ ਛੋੜਦੇ ਨੇ ਜੀ, ਲਓ ਜੀ ਇਸ ਸਾਲ ਮੁਲਕ ਵਿੱਚ ਜਿਹੜੀਆਂ ਓਵਰਸੀਜ਼ ਪਾਕਿਸਤਾਨੀਆਂ ਦੀ ਰੈਮਿਟੈਂਸਾਂ ਉਹ ਵੱਧ ਗਈਆਂ। ਬਈ ਪਾਕਿਸਤਾਨ ਗੌਰਮੈਂਟ ਦੇ ਸਾਨੂੰ ਕੀ ਲੈਣ ਦੇਣਾ, ਅਸੀਂ ਤਾਂ ਪੈਸੇ ਲੱਗੇ ਭੇਜਣ ਪਾਕਿਸਤਾਨ, ਬਈ ਘਰਾਂ ਦੇ ਸਾਨੂੰ ਚੀਕਾਂ ਮਾਰਦੇ ਫਿਰਦੇ ਨੇ ਪਏ ਮਹਿੰਗਾਈ ਹੋ ਗਈ ਔਰ ਪੈਸੇ ਭੇਜੋ। ਅਤੇ ਬਹਰਹਾਲ ਡਰਿਪ ਲੱਗੀ ਪਈ ਹੈ। ਦੇਖੋ ਮਰੀਜ਼ ਦੁਆ ਕਰੋ ਅੱਲਾਹ ਪਾਕ ਮਰੀਜ਼ ਨੂੰ ਬਚਾ ਲਵੇ ਡਰਿਪ ਦੀ ਬਾਅਦ। ਵਕਤੀ ਤੌਰ 'ਤੇ ਆਸਰਾ ਹੈ, ਅਤੇ ਜੇ ਤਾਂ ਪੈਰਾਂ 'ਤੇ ਖਲੋ ਗਿਆ ਤਾਂ ਠੀਕ ਹੈ, ਨਹੀਂ ਤਾਂ ਫਿਰ ਡਰਿਪ ਦੀ ਬਾਅਦ ਤੁਹਾਨੂੰ ਪਤਾ ਦੂਏ ਪਾਸੇ ਵੀ ਜਾ ਸਕਦਾ। ਦੁਆ ਕਰੋ ਅੱਲਾਹ ਕਰੇ ਤੇ ਮੁੜ ਆਵੇ ਸਾਹਬ ਟੁਰ ਪਾਉਣ।